ਪਿਆਰੇ ਦਰਸ਼ਕੋ, ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਨਾਮ ਵਿੱਚ ਤੁਹਾਡਾ ਸਭਨਾ ਦਾ ਸਵਾਗਤ ਹੈ। ਦੋਸਤੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਸਵੰਧ ਬਾਰੇ ਆਪਣੀ ਸਿੱਖਿਆ ਨੂੰ ਜਾਰੀ ਰੱਖਾਂਗੇ। ਸਾਡੀ ਇਹ ਸਿੱਖਿਆ ਮਲਾਕੀ ਦੀ ਪੁਸਤਕ ਦੇ 3 ਅਧਿਆਇ ਦੀ 10ਵੀਂ ਆਇਤ ਦੇ ਵਚਨਾਂ ਵਿੱਚੋਂ ਲਈ ਗਈ ਹੈ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਸਵੰਧ ਦਾ ਅਰਥ ਨੂੰ ਜਾਣਿਆ ਸੀ ਕਿ ਇਸ ਦਾ ਮਤਲਬ ਹੈ ਤੁਹਾਡੀ ਆਮਦਨੀ ਦਾ 10ਵਾਂ ਹਿੱਸਾ। ਇਸ ਹਿੱਸੇ ਨੂੰ ਸਾਨੂੰ ਪਰਮੇਸ਼ਰ ਕੋਲ ਲਿਆਉਣਾ ਹੁੰਦਾ ਸੀ। ਯਹੂਦੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਵਿਵਸਥਾਵਾਂ ਸੀ ਜਿਨ੍ਹਾਂ ਦੇ ਅੰਤਰਗਤ ਵੱਖ-ਵੱਖ ਪ੍ਰਤੀਸ਼ਤ ਵੱਖ-ਵੱਖ ਕੰਮਾਂ ਵਾਸਤੇ ਅਲੱਗ ਕੀਤੇ ਜਾਂਦੇ ਸੀ। ਦਸਵੰਧ ਪਰਮੇਸ਼ਵਰ ਦੇ ਲਈ ਅਲੱਗ ਕੀਤਾ ਜਾਂਦਾ ਸੀ। ਅੱਜ ਇਸ ਵਿਸ਼ੇ ਦੇ ਉੱਤੇ ਹੋਰ ਡੂੰਘਾਈ ਦੇ ਨਾਲ ਚਰਚਾ ਕਰਾਂਗੇ। ਤੇ ਆਓ ਫਿਰ ਬਿਨਾਂ ਦੇਰ ਕੀਤੇ ਆਪਣੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ ਡਾਕਟਰ ਡੇਵਿਡ ਯਰਮਾਇਆ ਦੇ ਨਾਲ। ਜਾਣਦੇ ਹੋ, ਦਸਵੰਧ ਦੀ ਸਿੱਖਿਆ ਤੁਹਾਡੇ ਅਤੇ ਮੇਰੇ ਲਈ ਇੱਕ ਸਿੱਖਿਆ ਹੈ ਜਿਸ ਨਾਲ ਅਸੀਂ ਪਰਮੇਸ਼ਰ ਨੂੰ ਪਹਿਲ ਦਿੰਦੇ ਹਾਂ। ਕੀ ਤੁਸੀਂ ਕਦੇ ਵੀ ਅਜਿਹਾ ਸੋਚਿਆ ਹੈ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਤੁਸੀਂ ਪਰਮੇਸ਼ਰ ਨੂੰ ਪਹਿਲ ਦੇਵੋਗੇ? ਜਦੋਂ ਤੁਸੀਂ ਪਰਮੇਸ਼ਰ ਨੂੰ ਪਹਿਲ ਦਿੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਅਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਦਾ ਅਨੁਭਵ ਤੁਸੀਂ ਪਹਿਲਾਂ ਕਦੇ ਨਾ ਕੀਤਾ ਹੋਵੇਗਾ। ਜਦੋਂ ਤੱਕ ਤੁਸੀਂ ਪਰਮੇਸ਼ਰ ਨੂੰ ਪਹਿਲ ਨਹੀਂ ਦਿੰਦੇ ਅਤੇ ਪਰਮੇਸ਼ਰ ਦੇ ਲੋਕਾਂ ਨੂੰ ਚੁਣਿਆ ਗਿਆ ਕਿ ਉਹ ਉਸ ਨੂੰ ਪਹਿਲ ਦੇਣ ਅਤੇ ਉਸ ਦੀ ਆਰਾਧਨਾ ਕਰਨ, ਅਤੇ ਦਸਵੰਧ ਇੱਕ ਰਾਸਤਾ ਹੈ ਜਿਸ ਦੁਆਰਾ ਅਸੀਂ ਇਹ ਦਿਖਾ ਸਕਦੇ ਹਾਂ ਕਿ ਅਸੀਂ ਕਿਸ ਨੂੰ ਪਹਿਲ ਦਿੰਦੇ ਹਾਂ। ਹਰ ਸ਼ਨੀਵਾਰ ਰਾਤ ਨੂੰ ਮੇਰੇ ਮਾਤਾ ਜੀ ਪਹਿਲਾ ਚੈੱਕ ਪਰਮੇਸ਼ਰ ਲਈ ਕੱਟਦੇ ਸਨ। ਉਹ ਸਾਨੂੰ ਬੱਚਿਆਂ ਨੂੰ ਦੱਸਦੇ ਸਨ, ਉਹ ਸਾਨੂੰ ਬਿਠਾ ਕੇ ਦੱਸਦੇ ਅਤੇ ਉਹ ਸਾਨੂੰ ਦਿਖਾਉਂਦੇ ਸਨ। ਉਹਨਾਂ ਚੈੱਕਾਂ ਨੂੰ ਵੀ ਉਹ ਆਪਣੇ ਸਾਰੇ ਬਿੱਲ ਇੱਕ ਪਾਸੇ ਰੱਖਦੇ ਸਨ। ਇਹ ਸਭ ਕੰਪਿਊਟਰ ਅਤੇ ਇਹਨਾਂ ਸਾਰੀਆਂ ਵਸਤੂਆਂ ਤੋਂ ਪਹਿਲਾਂ ਹੀ ਸੀ। ਉਹ ਸਾਰਿਆਂ ਬਿੱਲਾਂ ਨੂੰ ਮੇਜ਼ ਉੱਪਰ ਰੱਖਦੇ, ਪਰ ਫਿਰ ਵੀ ਉਹ ਪਹਿਲਾ ਚੈੱਕ ਪਰਮੇਸ਼ਰ ਲਈ ਕੱਟਦੇ ਸਨ ਅਤੇ ਸਾਨੂੰ ਬੱਚੇ ਹੁੰਦੇ ਹੋਏ ਇਹ ਸਭ ਕੁਝ ਸਿਖਾਉਂਦੇ ਸਨ। ਪਰਮੇਸ਼ਰ ਦਾ ਪਹਿਲਾ ਹੱਕ ਹੈ ਸਾਡੀ ਜ਼ਿੰਦਗੀ ਵਿੱਚ ਅਤੇ ਅਸੀਂ ਇਸੇ ਤਰ੍ਹਾਂ ਹੀ ਕਰਦੇ ਸੀ। ਮੇਰੇ ਮਾਤਾ ਪਿਤਾ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਸਨ ਕਿ ਅਸੀਂ ਪਰਮੇਸ਼ਰ ਨੂੰ ਦੇ ਰਹੇ ਹਾਂ। ਮੇਰੇ ਕੋਲ ਦੇਣ ਲਈ ਜ਼ਿਆਦਾ ਨਹੀਂ ਹੁੰਦਾ ਸੀ, ਪਰ ਇਹ ਕੋਈ ਗੱਲ ਹੈ। ਦਸਵੰਧ ਦੇਣਾ ਹੀ ਪਰਮੇਸ਼ਰ ਨੂੰ ਪਹਿਲ ਦੇਣਾ ਹੈ। ਨੰਬਰ 2, ਜਦੋਂ ਅਸੀਂ ਦਸਵੰਧ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਵਾਅਦੇ ਨੂੰ ਪੂਰਾ ਕਰਦੇ ਹਾਂ। ਦੂਸਰਾ, ਜਦੋਂ ਅਸੀਂ ਦਸਵੰਧ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਵਾਅਦੇ ਨੂੰ ਪੂਰਾ ਕਰਦੇ ਹਾਂ। ਕਿ ਤੁਸੀਂ ਧਿਆਨ ਦਿੱਤਾ ਹੈ, ਮਲਾਕੀ ਨੇ ਆਪਣੇ ਲੋਕਾਂ ਨੂੰ ਕਿਹਾ, ਇਸ ਨੂੰ ਸੁਣੋ। ਉਹਨਾਂ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਹੁਣ ਮੈਨੂੰ ਜਾਂਚੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਪਰਖੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਸਾਬਤ ਕਰੋ ਕਿ ਤੁਸੀਂ ਜਾਣਦੇ ਹੋ ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੋਂ ਮੈਂ ਸਾਵਧਾਨ ਹੁੰਦਾ ਹਾਂ। ਬਾਈਬਲ ਵਿੱਚ ਜਿੱਥੇ ਪਰਮੇਸ਼ਰ ਕਹਿੰਦਾ ਹੈ ਕਿ ਮੈਨੂੰ ਪਰਖੋ, ਪਰ ਇੱਥੇ ਇਸ ਪਾਠ ਵਿੱਚ ਪਰਮੇਸ਼ਰ ਆਪਣੇ ਨਬੀ ਦੇ ਦੁਆਰਾ ਕਹਿੰਦਾ ਹੈ, ਮੈਂ ਹੁਣ ਤੁਹਾਨੂੰ ਦਾਅਵਾ ਕਰਦਾ ਹਾਂ, ਤੁਸੀਂ ਮੈਨੂੰ ਸਾਬਤ ਕਰੋ ਅਤੇ ਪਰਖੋ ਅਤੇ ਜਾਂਚੋ ਇਸ ਦਸਵੰਧ ਦੇ ਵਿਸ਼ੇ ਵਿੱਚ। ਅਤੇ ਉਹ ਕਹਿੰਦਾ ਹੈ, ਅਗਰ ਤੁਸੀਂ ਇਹ ਕਰਦੇ ਹੋ ਤਾਂ ਤੁਸੀਂ ਵੇਖੋਗੇ ਕਿ ਮੈਂ ਤਿਆਰ ਹਾਂ ਆਪਣੀ ਬਰਕਤ ਤੁਹਾਡੇ ਉੱਪਰ ਡੋਲਣ ਲਈ, ਅਜਿਹੀ ਬਰਕਤ ਜਿਹੜੀ ਤੁਸੀਂ ਕਦੇ ਨਹੀਂ ਪਾਈ। ਅਸਲ ਵਿੱਚ ਉਹ ਕਹਿੰਦਾ ਹੈ, ਮੈਂ ਸਵਰਗ ਦੀਆਂ ਖਿੜਕੀਆਂ ਤੁਹਾਡੇ ਲਈ ਖੋਲ੍ਹਣਾ ਚਾਹੁੰਦਾ ਹਾਂ ਅਤੇ ਮੈਂ ਤੁਹਾਡੇ ਉੱਪਰ ਇੰਨੀ ਜ਼ਿਆਦਾ ਬਰਕਤ ਦੇਣਾ ਚਾਹੁੰਦਾ ਹਾਂ ਜਿਸ ਨੂੰ ਤੁਸੀਂ ਸੰਭਾਲ ਨਾ ਪਾਓ। ਹੁਣ ਤੁਸੀਂ ਕਹੋਗੇ, ਕਿਵੇਂ ਮੈਂ ਪਰਮੇਸ਼ਰ ਨੂੰ ਪਰਖਾਂ? ਹਾਂ, ਇਹ ਆਸਾਨ ਹੈ। ਬੀਤੇ ਸਮੇਂ ਵਿੱਚ ਜੋ ਪਰਮੇਸ਼ਰ ਨੇ ਤੁਹਾਨੂੰ ਕਰਨ ਲਈ ਕਿਹਾ ਤੁਸੀਂ ਉਹ ਨਹੀਂ ਕੀਤਾ, ਉਸ ਦੇ ਲਈ ਤੁਹਾਡੇ ਕੋਲ ਬਹੁਤ ਸਿਆਣੇ ਅਤੇ ਬੁੱਧੀਮਾਨ ਵਾਲੇ ਕਾਰਨ ਹੋਣਗੇ। ਤੁਸੀਂ ਕਿਉਂ ਨਹੀਂ ਕੀਤਾ? ਤੁਸੀਂ ਕਹੋਗੇ, ਪਾਸਟਰ ਜਰਮੀਆ, ਮੈਂ ਨਹੀਂ ਕਹਿੰਦਾ ਕਿ ਤੁਸੀਂ 100% ਹੋਣ ਅਤੇ ਤੁਸੀਂ ਚਾਹੁੰਦੇ ਹੋ ਕਿ ਮੈਂ 10% ਪਰਮੇਸ਼ਰ ਨੂੰ ਦੇਵਾਂ। ਜੋ ਮੈਂ ਸਮਝਦਾ ਹਾਂ ਉਹ ਸ਼ਾਇਦ ਤੁਹਾਨੂੰ ਸੁਣਨ ਵਿੱਚ ਸਹੀ ਨਾ ਹੋਵੇ। ਨਹੀਂ, ਇਹ ਸੁਣਨ ਵਿੱਚ ਸਹੀ ਨਹੀਂ। ਇਸ ਨੂੰ ਵਿਸ਼ਵਾਸ ਦੇ ਆਦਮੀ ਅਤੇ ਔਰਤ ਕਰਦੇ ਹਨ, ਪਰ ਤੁਸੀਂ ਕੀ ਖੋਜੋਗੇ ਜਦੋਂ ਤੁਸੀਂ ਉਹ ਕਰਦੇ ਹੋ ਜੋ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਅਤੇ ਕਹਿੰਦਾ ਹੈ ਉਹ ਤੁਹਾਡੇ 90% ਨੂੰ 100 ਤੋਂ ਵੀ ਜ਼ਿਆਦਾ ਕਰ ਦਿੰਦਾ ਹੈ। ਉਹ ਆਪਣੀ ਬਰਕਤ ਤੁਹਾਡੇ ਉੱਪਰ ਉਡੇਲ ਦੇਵੇਗਾ। ਤੁਸੀਂ ਦੇਖੋ, ਜਦੋਂ ਤੁਸੀਂ ਪਰਮੇਸ਼ਰ ਨੂੰ ਪਰਖਦੇ ਹੋ ਤੁਸੀਂ ਕੀ ਕਰਦੇ ਹੋ? ਤੁਸੀਂ ਉਸ ਦੇ ਵਚਨਾਂ ਨੂੰ ਉਸ ਦੇ ਸਾਹਮਣੇ ਬੋਲਦੇ ਹੋ, ਭਾਵੇਂ ਕਿ ਤੁਸੀਂ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਨਹੀਂ ਸਮਝ ਪਾਉਂਦੇ। ਮੇਰੇ ਕਹਿਣ ਦਾ ਮਤਲਬ ਹੈ, ਤੁਹਾਡੇ ਵਿੱਚੋਂ ਕਈ ਆਪਣੇ ਘਰ ਵਾਪਸ ਜਾਂਦੇ ਸਮੇਂ ਆਪਣੀ ਪਤਨੀ ਜਾਂ ਪਤੀ ਨਾਲ ਗੱਲ ਕਰਦੇ ਹੋ। ਪਤੀ ਜਾਂ ਪਤਨੀ ਇਸ ਪ੍ਰਕਾਰ ਕਹਿੰਦੇ ਹਨ, ਤੁਸੀਂ ਜਾਣਦੇ ਹੋ ਕਿ ਸਾਨੂੰ ਇਹ ਕਰਨ ਦੀ ਜ਼ਰੂਰਤ ਹੈ, ਪਰ ਉਹ ਆਪਣੇ ਘਰ ਦੇ ਖਰਚੇ ਜਾਂ ਬਿੱਲ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਚਾਹੁੰਦੇ। ਉਹ ਪੈਸੇ ਨੂੰ ਘਰ ਲੈ ਕੇ ਆਉਂਦੇ, ਤੁਸੀਂ ਪੂਰੇ ਬਿੱਲ ਅਦਾ ਕਰਦੇ ਹੋ। ਤੁਸੀਂ ਜਾਣਦੇ ਹੋ ਕਿ ਇਹ ਕਿੰਨਾ ਔਖਾ ਹੁੰਦਾ ਹੈ ਅਤੇ ਤੁਸੀਂ ਉਸ ਨੂੰ ਇਸ ਪ੍ਰਕਾਰ ਕਹਿ ਰਹੇ ਹੁੰਦੇ ਹੋ ਕਿ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ। ਅਤੇ ਜੋ ਸਾਨੂੰ ਮਿਲਦਾ ਹੈ
ਉਸ ਦੇ ਮੁਤਾਬਕ ਅਸੀਂ ਉਸ ਨੂੰ ਖਰਚ ਨਹੀਂ ਕਰ ਪਾਉਂਦੇ। ਪਿਆਰੀ, ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਅਤੇ ਫਿਰ ਤੁਸੀਂ ਦੋਨੋਂ ਆਪਣੇ ਹੱਥ ਨੂੰ ਫੜਦੇ ਹੋ ਅਤੇ ਕਹਿੰਦੇ ਹੋ, ਤੁਸੀਂ ਜਾਣਦੇ ਹੋ ਅਗਰ ਪਰਮੇਸ਼ਰ ਸਾਨੂੰ ਕਹੇ ਅਸੀਂ ਨਹੀਂ ਕਰ ਸਕਦੇ, ਆਓ ਇਸ ਨੂੰ ਲੱਭਣ ਲਈ ਪਰਖੀਏ। ਅਤੇ ਜਦੋਂ ਤੁਸੀਂ ਉਸ ਨੂੰ ਪਰਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਆਪਣੇ ਵਾਅਦਿਆਂ ਨੂੰ ਕਦੇ ਨਹੀਂ ਤੋੜਦਾ। ਉਹ ਇਨਸਾਨ ਨਾਲ ਬਹਿਸ ਕਰਨ ਵਾਲਾ ਨਹੀਂ ਹੈ। ਜਦੋਂ ਤੁਸੀਂ ਪਰਮੇਸ਼ਰ ਦੇ ਕਹੇ ਅਨੁਸਾਰ ਚੱਲਦੇ ਹੋ ਅਤੇ ਉਹ ਆਪਣੀ ਬਰਕਤ ਤੁਹਾਡੇ ਉੱਪਰ ਇਸ ਤਰ੍ਹਾਂ ਉਡੇਲੇਗਾ ਕਿ ਤੁਸੀਂ ਵਿਸ਼ਵਾਸ ਨਹੀਂ ਕਰ ਪਾਓਗੇ। ਹਾਂ, ਤੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਹਾਣੀਆਂ ਪਤਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਬਾਰੇ ਜਿਨ੍ਹਾਂ ਨੇ ਮੈਨੂੰ ਆ ਕੇ ਦੱਸਿਆ ਕਿ ਕੀ ਹੋਇਆ। ਹਾਂ, ਠੀਕ ਹੈ, ਇਹ ਹਮੇਸ਼ਾ ਆਸਾਨ ਨਹੀਂ ਹੁੰਦਾ ਤੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਜਿਸ ਹਫ਼ਤੇ ਤੁਸੀਂ ਆਪਣਾ ਦਸ਼ਵਾਂਸ਼ ਦਿੰਦੇ ਹੋ ਉਸ ਵੇਲੇ ਹੀ ਤੁਹਾਨੂੰ ਇੱਕ ਵੱਡਾ ਜਿਹਾ ਚੈੱਕ ਮਿਲੇਗਾ। ਇਹ ਤਾਂ ਇੱਕ ਅਲੱਗ ਗੱਲ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਇਸ ਗੱਲ ਨੂੰ ਸੋਚਦੇ ਹੋ, ਆਪਣੇ ਮੇਲ ਬਾਕਸ ਦਾ ਇੰਤਜ਼ਾਰ ਕਰੋ ਕੱਲ ਕੁਝ ਅਲੱਗ ਹੋਏ। ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ, ਤੁਸੀਂ ਇਹਨਾਂ ਗੱਲਾਂ ਨੂੰ ਅਭਿਆਸ ਕਰਨਾ ਜ਼ਿੰਦਗੀ ਵਿੱਚ ਸ਼ੁਰੂ ਕਰੋ ਅਤੇ ਬਾਰ-ਬਾਰ ਜਦੋਂ ਤੁਸੀਂ ਉਹ ਕਰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀ ਵਿੱਚ ਕੰਮ ਕਰ ਰਿਹਾ ਹੈ ਅਤੇ ਉਹ ਤੁਹਾਡੇ ਤੇ ਭਰੋਸਾ ਕਰਨਾ ਸ਼ੁਰੂ ਕਰ ਰਿਹਾ ਹੈ, ਜਿਹੜਾ ਪਹਿਲਾਂ ਕਦੇ ਨਹੀਂ ਸੀ ਹੋਇਆ। ਕਈ ਸਾਲ ਪਹਿਲਾਂ ਕਈ ਲੋਕਾਂ ਨੇ ਮੈਨੂੰ ਕਿਹਾ, ਜੇ ਜ਼ਿੰਦਗੀ ਬੜੀ ਸੌਖੀ ਹੈ, 90% ਇਸ ਦੀ ਬਜਾਏ 100% ਵਿੱਚ ਮੈਂ ਸੋਚਦਾ ਹਾਂ ਕਿ ਪਛਤਾਵੇ ਜਾਣ ਦਾ ਇੱਕ ਕਾਰਨ ਹੈ। ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਪਰਮੇਸ਼ਰ ਦੇ ਕਹੇ ਅਨੁਸਾਰ ਕਰਦੇ ਹੋ ਅਤੇ ਤੁਹਾਡੇ ਵਿੱਚੋਂ ਕਈ ਜਾਣਦੇ ਹਨ ਕਿ ਪਰਮੇਸ਼ਰ ਤੁਹਾਨੂੰ ਕੀ ਕਰਨ ਲਈ ਕਹਿੰਦਾ ਹੈ, ਤੁਸੀਂ ਆਪਣੇ ਪਛਤਾਵੇ ਤੋਂ ਛੁਟਕਾਰਾ ਪਾਓਗੇ ਅਤੇ ਜੋ ਕੁਝ ਵੀ ਤੁਹਾਡੇ ਕੋਲ ਹੈ ਤੁਸੀਂ ਉਸ ਵਿੱਚ ਆਨੰਦ ਪਾਓਗੇ। ਸੋ ਤੁਸੀਂ ਵਿਸ਼ਵਾਸ ਦਿੰਦੇ ਹੋ, ਤੁਸੀਂ ਪਰਮੇਸ਼ਰ ਦੇ ਵਾਅਦਿਆਂ ਨੂੰ ਪੂਰਾ ਕਰਦੇ ਹੋ। ਨੰਬਰ 3, ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਦੇ ਵਿੱਚ ਲਾਭ ਪਾਉਂਦੇ ਹਾਂ। ਅਤੇ ਹੁਣ ਤੀਸਰੀ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਦੇ ਵਿੱਚ ਲਾਭ ਪਾਉਂਦੇ ਹਾਂ। ਇੱਥੇ ਅਸੀਂ 3 ਜਗ੍ਹਾ ਤੇ ਜਾਂ ਥਾਵਾਂ ਨੂੰ ਵੇਖਦੇ ਹਾਂ ਜਿਨ੍ਹਾਂ ਦੁਆਰਾ ਪਰਮੇਸ਼ਰ ਆਪਣੀ ਬਰਕਤ ਸਾਡੇ ਉੱਪਰ ਉਡੇਲਦਾ ਹੈ। ਊੜਾ ਭਾਗ ਵਿਅਕਤੀਗਤ ਬਰਕਤਾਂ। ਸਭ ਤੋਂ ਪਹਿਲਾਂ ਵਿਅਕਤੀਗਤ ਬਰਕਤਾਂ ਆਇਤ 10 ਵਿੱਚ ਮਿਲਦੀਆਂ ਹਨ। ਮੈਂ ਤੁਹਾਡੇ ਲਈ ਸਵਰਗ ਦੀਆਂ ਖਿੜਕੀਆਂ ਖੋਲਾਂਗਾ ਅਤੇ ਆਪਣੀ ਅਜਿਹੀ ਬਰਕਤ ਉਡੇਲਾਂਗਾ ਕਿ ਉਸ ਨੂੰ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਜਗ੍ਹਾ ਨਾ ਹੋਵੇਗੀ। ਇਸ ਕਰਕੇ ਮਲਾਕੀ ਨੇ ਉਹਨਾਂ ਨੂੰ ਕਿਹਾ, ਪਰਮੇਸ਼ਰ ਨੇ ਇਹ ਕਿਹਾ ਸੀ, ਰਾਹਾਂ ਵਿੱਚ ਅਤੇ ਜਗ੍ਹਾ ਵਿੱਚ ਅਸੀਂ ਕਦੇ ਵੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਕਿ ਪਰਮੇਸ਼ਰ ਸਾਡੀਆਂ ਜ਼ਰੂਰਤਾਂ ਨੂੰ ਸੋਹਣੀਆਂ ਕਰੇ। ਐੜਾ ਭਾਗ ਭੌਤਿਕ ਬਰਕਤਾਂ। ਠੀਕ ਹੈ, ਮੈਨੂੰ ਤੁਹਾਨੂੰ ਇਹ ਕਹਾਣੀ ਦੱਸਣੀ ਚਾਹੀਦੀ ਹੈ। ਤੁਹਾਡੇ ਵਿੱਚੋਂ ਕਈ ਇਹ ਕਹਾਣੀ ਮੇਰੇ ਤੋਂ ਪਹਿਲਾਂ ਹੀ ਸੁਣ ਚੁੱਕੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਸੈਮੀਨਰੀ ਵਿੱਚ ਗਏ ਹਾਂ, ਕੈਂਡਰੀਆਵਿਲ ਬੈਂਕ ਵਿੱਚ ਆਪਣੇ ਖਾਤੇ ਨੂੰ ਦੇਖਣ ਲਈ ਗਿਆ ਅਤੇ ਉਹ ਬਹੁਤ ਖੁਸ਼ ਸੀ ਇਹ ਗੱਲ ਦੱਸਣ ਲਈ ਕਿ ਮੈਂ $70 ਜ਼ਿਆਦਾ ਕੱਢੇ ਹਨ। ਹੁਣ ਮੇਰੇ ਕਹਿਣ ਦਾ ਮਤਲਬ ਕਿ ਮੈਂ ਨਹੀਂ ਜਾਣਦਾ ਕਿ ਇਹ ਕਿਵੇਂ ਕਿਸੇ ਦੀ ਜ਼ਿੰਦਗੀ ਵਿੱਚ ਹੁੰਦਾ ਹੈ ਜਦੋਂ ਉਹ ਪਹਿਲੇ ਹੀ ਆਰਥਿਕ ਤੰਗੀ ਵਿੱਚੋਂ ਗੁਜ਼ਰ ਰਿਹਾ ਹੋਵੇ ਜਿਵੇਂ ਮੈਂ। ਪਰ ਕਿਸੇ ਤਰ੍ਹਾਂ ਵੀ ਜਦੋਂ ਤੁਸੀਂ ਵਿਆਹ ਕਰਵਾਉਣ ਲਈ ਤਿਆਰ ਹੁੰਦੇ ਹੋ, ਕਈ ਵਾਰ ਤੁਹਾਡੇ ਦੁਆਰਾ ਤੁਹਾਡਾ ਸਾਥ ਨਹੀਂ ਦਿੱਤਾ ਅਤੇ ਮੈਂ ਨਹੀਂ ਜਾਣਦਾ ਕਿ ਮੈਂ ਕੀ ਕੀਤਾ ਸੀ, ਪਰ ਮੇਰੇ ਕੋਲ ਟਾਈਮ ਨਹੀਂ ਸੀ ਉਹਨਾਂ ਨਾਲ ਬਹਿਸ ਕਰਨ ਲਈ। ਮੇਰੇ ਕੋਲ ਕੁਝ ਪੈਸੇ ਸਨ ਅਤੇ ਮੈਂ ਉਹ ਪੈਸੇ ਉਹਨਾਂ ਨੂੰ ਦੇ ਦਿੱਤੇ। ਡਾਲਸ ਵਿੱਚ ਜਿਸ ਦਿਨ ਸਾਡੇ ਕੋਲ ਪੈਸੇ ਖਤਮ ਹੋ ਗਏ, ਮੈਨੂੰ ਇੱਕ ਚੈੱਕ ਬੈਂਕ ਵੱਲੋਂ ਮਿਲਿਆ ਜਿਸ ਵਿੱਚ ਇਹ ਲਿਖਿਆ ਸੀ, ਸ਼੍ਰੀਮਾਨ ਜ਼ਰਮੀਆ, ਅਸੀਂ ਜਦੋਂ ਮਹੀਨੇ ਦੇ ਅੰਤ ਵਿੱਚ ਲੇਖਾ ਜੋਖਾ ਕਰ ਰਹੇ ਸੀ ਤਾਂ ਸਾਨੂੰ ਪਤਾ ਲੱਗਾ ਕਿ ਅਸੀਂ $70 ਤੁਹਾਡੇ ਪਿਤਾ ਦੀ ਬਜਾਏ ਤੁਹਾਡੇ ਤੋਂ ਕੱਟ ਲਏ ਹਨ। ਇੱਥੇ ਇਹ $70 ਦਾ ਚੈੱਕ ਅਤੇ ਕੁਝ ਹੋਰ ਡਾਲਰ ਜਿਹੜੇ ਤੁਸੀਂ ਦਿੱਤੇ ਸਨ ਇਸ ਵਿੱਚ ਹਨ। ਅਤੇ ਅਚਾਨਕ ਹੀ ਮੈਨੂੰ ਇਹ ਮਹਿਸੂਸ ਹੋਇਆ ਕਿ ਸਰਬ ਸ਼ਕਤੀਮਾਨ ਪਰਮੇਸ਼ਰ ਉਪਲਬਧ ਨਹੀਂ ਕਰਾ ਰਿਹਾ, ਪਰ ਉਹ ਇਹ ਪੈਸੇ ਬੈਂਕ ਵਿੱਚ ਰੱਖਿਆ, ਇਹ ਜਾਣਦੇ ਹੋਏ ਕਿ ਇਹ ਪੈਸਾ ਅਸੀਂ ਆਪਣੇ ਹਨੀਮੂਨ ਤੇ ਖਰਚ ਕਰ ਦੇਣਾ ਸੀ। ਸੋ ਕਦੋਂ ਸਾਨੂੰ ਇਹ ਚਾਹੀਦਾ ਸੀ, ਹੁਣ ਇਸ ਪੈਸੇ ਦੀ ਸਾਨੂੰ ਜ਼ਰੂਰਤ ਹੈ। ਹੁਣ ਤੁਸੀਂ ਜਾਣਦੇ ਹੋ ਕਿ ਇਹ ਇੱਕ ਛੋਟੀ ਜਿਹੀ ਸਧਾਰਨ ਗੱਲ ਹੈ, ਪਰ ਤੁਸੀਂ ਜਾਣਦੇ ਹੋ ਕਿ ਸਾਲੋ ਸਾਲ ਤੇ ਵਾਰ-ਵਾਰ ਹਰ ਸਮੇਂ ਪਰਮੇਸ਼ਰ ਨੇ ਆਪਣੇ ਆਪ ਨੂੰ ਬਲਵੰਤ ਦਿਖਾਇਆ ਸਾਡੇ ਲਈ। ਅਸੀਂ ਹਮੇਸ਼ਾ ਹੀ ਇਸ ਗੱਲ ਤੋਂ ਹੈਰਾਨ ਹੁੰਦੇ ਹਾਂ ਜਦੋਂ ਅਸੀਂ ਆਪਣੀ ਪਾਸਟਰੀ ਸੇਵਕਾਈ ਸ਼ੁਰੂ ਕਰ ਰਹੇ ਸੀ ਕਿ ਕਿਵੇਂ ਇਸ ਸੰਸਾਰ ਵਿੱਚ ਅਸੀਂ ਆਪਣੇ ਆਪ ਨੂੰ ਕਾਲਜ ਵਿੱਚ ਭੇਜਾਂਗੇ। ਤੁਸੀਂ ਜਾਣਦੇ ਹੋ ਅੱਜ ਕੱਲ੍ਹ ਬੱਚਿਆਂ ਨੂੰ ਕਾਲਜ ਵਿੱਚ ਪੜ੍ਹਾਉਣਾ ਆਸਾਨ ਨਹੀਂ ਹੈ। ਮੈਂ ਇਹ ਨਹੀਂ ਦੱਸ ਰਿਹਾ ਕਿ ਪਰਮੇਸ਼ਰ ਇਹ ਸਭ ਤੁਹਾਡੇ ਲਈ
ਕਰਨ ਜਾ ਰਿਹਾ ਹੈ। ਪਰ ਤੁਸੀਂ ਜਾਣਦੇ ਹੋ ਕਿ ਮੇਰੇ ਸਾਰੇ ਬੱਚੇ ਸਕੂਲ ਗਏ, ਮੇਰੇ 2 ਬੱਚਿਆਂ ਨੂੰ ਫੁੱਟਬਾਲ ਲਈ ਵਜ਼ੀਫਾ ਮਿਲਿਆ ਅਤੇ ਮੇਰੀਆਂ ਕੁੜੀਆਂ ਉਸ ਕਾਲਜ ਵਿੱਚ ਗਈਆਂ ਜਿੱਥੇ ਮੈਂ ਹੈਡਮਾਸਟਰ ਸੀ। ਇਸ ਕਰਕੇ ਮੈਨੂੰ ਕੋਈ ਪੈਸਾ ਨਹੀਂ ਦੇਣਾ ਪਿਆ, ਇਸ ਲਈ ਮੇਰੇ ਸਾਰੇ ਬੱਚੇ ਪੜ੍ਹ ਗਏ। ਤੁਸੀਂ ਕਹਿੰਦੇ ਹੋ ਠੀਕ ਹੈ, ਇਹ ਇਸ ਕਰਕੇ ਜਿੱਥੇ ਤੁਸੀਂ ਸੀ। ਨਹੀਂ ਨਹੀਂ ਨਹੀਂ, ਇਹ ਪਰਮੇਸ਼ਰ ਦੀ ਉਪਲਬਧਤਾ ਸਾਡੇ ਲਈ ਨਹੀਂ ਹੈ। ਰੱਬ ਕਦੇ ਵੀ ਇਸ ਤਰ੍ਹਾਂ ਦੇ ਲੋਕਾਂ ਦਾ ਕਰਜ਼ਾਈ ਨਹੀਂ ਹੁੰਦਾ। ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭੌਤਿਕ ਬਰਕਤਾਂ ਇਹਨਾਂ ਦਾ ਇੱਕ ਹਿੱਸਾ ਹੈ, ਪਰ ਨਾ ਕੇਵਲ ਭੌਤਿਕ ਬਰਕਤਾਂ ਪਰ ਆਤਮਿਕ ਬਰਕਤਾਂ ਵੀ। ਵਿਅਕਤੀਗਤ ਬਰਕਤਾਂ ਤੇ ਭੌਤਿਕ ਬਰਕਤਾਂ, ਈੜੀ ਭਾਗ ਆਤਮਿਕ ਬਰਕਤਾਂ। ਇੱਥੇ ਧਿਆਨ ਨਾਲ ਵੇਖੋ, ਸਾਰੀਆਂ ਕੌਮਾਂ ਇਹ ਸਾਰੀਆਂ ਆਤਮਿਕ ਬਰਕਤਾਂ ਹਨ। ਪਹਿਲਾਂ ਵਿਅਕਤੀਗਤ ਬਰਕਤਾਂ, ਫਿਰ ਭੌਤਿਕ ਬਰਕਤਾਂ, ਫਿਰ ਆਤਮਿਕ ਬਰਕਤਾਂ। 12 ਐਤ ਵਿੱਚ ਤਦ ਸਾਰੀਆਂ ਕੌਮਾਂ ਤੁਹਾਨੂੰ ਧਨ ਆਖਣਗੀਆਂ ਅਤੇ ਤੁਸੀਂ ਖੁਸ਼ੀ ਦੇ ਦੇਸ਼ ਹੋਵੋਗੇ। ਅਤੇ ਅੰਤ ਵਿੱਚ ਆਤਮਿਕ ਬਰਕਤਾਂ। ਇਹ ਸਰਾਸਰ ਇੱਕ ਗੱਲ ਹੈ। ਇਹ ਇੱਕ ਹੋਰ ਤਰੀਕਾ ਹੈ ਕਹਿਣ ਦਾ, ਮੈਂ ਤੁਹਾਡਾ ਆਦਰ ਕਰਾਂਗਾ, ਮੈਂ ਤੁਹਾਨੂੰ ਉੱਪਰ ਉਠਾਵਾਂਗਾ। ਤੁਸੀਂ ਜਾਣਦੇ ਹੋ ਇਹ ਪਰਮੇਸ਼ਰ ਲਈ ਔਖਾ ਸਮੇਂ ਹੋਵੇਗਾ ਤੁਹਾਨੂੰ ਤੁਹਾਡੇ ਆਤਮਿਕ ਜਗ੍ਹਾ ਤੇ ਲੈ ਜਾਣ ਲਈ। ਉਸ ਲਈ ਔਖਾ ਸਮਾਂ ਹੋਵੇਗਾ ਉਹ ਤੁਹਾਨੂੰ ਆਪਣੇ ਸਵਰਗੀ ਰਾਜ ਦੇ ਅਗੂਏਪਨ ਨੂੰ ਦੇਣ ਬਾਰੇ। ਅਗਰ ਤੁਸੀਂ ਸਧਾਰਨ ਕੰਮਾਂ ਵਿੱਚ ਭਰੋਸੇਮੰਦ ਹੁੰਦੇ ਹੋ, ਉਹ ਤੁਹਾਨੂੰ ਦੱਸੇਗਾ ਤੁਹਾਡੇ ਹੀ ਤਰੀਕੇ ਨਾਲ। ਬਾਈਬਲ ਕਹਿੰਦੀ ਹੈ ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਮਨ ਹੈ। ਪਰਮੇਸ਼ਰ ਇਸ ਗੱਲ ਨੂੰ ਪੱਕਾ ਕਰ ਲੈਣਾ ਚਾਹੁੰਦਾ ਹੈ ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਉੱਪਰ ਉਠਾਏ, ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਅਗੂਆ ਬਣਾਏ। ਉਹ ਇਸ ਗੱਲ ਨੂੰ ਪੱਕਾ ਕਰ ਲੈਣਾ ਚਾਹੁੰਦਾ ਹੈ। ਉਹਨਾਂ ਦੇ ਦਿਲ ਕਿੱਥੇ ਹਨ? ਤੁਸੀਂ ਇਸ ਗੱਲ ਨੂੰ ਕਿਵੇਂ ਜਾਣੋਗੇ ਕਿ ਇੱਕ ਬੰਦੇ ਦਾ ਦਿਲ ਕਿੱਥੇ ਹੈ? ਠੀਕ ਹੈ, ਤੁਹਾਡਾ ਧਨ ਕਿੱਥੇ ਹੈ? ਕੀ ਤੁਸੀਂ ਜਾਣਦੇ ਹੋ? ਆਪਣੇ ਚੈੱਕਬੁੱਕ ਦੇ ਚੈੱਕਾਂ ਨੂੰ ਪੜ੍ਹੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਧਨ ਕਿੱਥੇ ਹੈ। ਪਰਮੇਸ਼ਰ ਸਾਨੂੰ ਉੱਪਰ ਉਠਾਉਣਾ ਚਾਹੁੰਦਾ ਹੈ। ਮੈਂ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਇਸ ਚਰਚ ਨੂੰ ਉੱਪਰ ਉਠਾਉਣਾ ਹੈ, ਕਿਉਂਕਿ ਇਹ ਵਿਸ਼ਵਾਸ ਦਿੰਦੇ ਹਨ। ਲੋਕ ਹਰ ਵਾਰ ਮੇਰੇ ਤੋਂ ਇਹ ਪੁੱਛਦੇ ਹਨ ਕਿ ਪਹਾੜ ਦੀਆਂ ਪਰਛਾਈਆਂ ਇਹ ਕੀ ਕਰਦੀਆਂ ਹਨ ਸੇਵਕਾਈ ਵਿੱਚ, ਤਾਂ ਉਹ ਸੋਚਦੇ ਹਨ ਕਿ ਅਸੀਂ ਪੈਸਾ ਮੰਗਦੇ ਹਾਂ ਅਤੇ ਇਕੱਠਾ ਕਰਦੇ ਹਾਂ। ਇਹ ਸਭ ਨਹੀਂ ਕਰਦੇ, ਅਸੀਂ ਇਹ ਕਦੇ ਨਹੀਂ ਕਰਾਂਗਾ। ਚਰਚ ਲੋਕਾਂ ਦੀ ਉਦਾਰਤਾ ਨਾਲ ਵੱਧਦੀ ਹੈ ਅਤੇ ਲੋਕ ਦਾਨ ਦਿੰਦੇ ਹਨ ਕਿਉਂਕਿ ਉਹ ਪਰਮੇਸ਼ਰ ਦੇ ਵਚਨ ਨੂੰ ਜਾਣਦੇ ਹਨ ਅਤੇ ਉਹ ਪਰਮੇਸ਼ਰ ਦੇ ਵਾਅਦਿਆਂ ਨੂੰ ਜਾਣਦੇ ਹਨ ਅਤੇ ਉਹ ਆਗਿਆਕਾਰੀ ਹਨ ਅਤੇ ਨਾ ਕੇਵਲ ਲੋਕ ਵਿਸ਼ਵਾਸ ਵਾਲੇ ਹਨ। ਅਤੇ ਪਰਮੇਸ਼ਰ ਸਾਨੂੰ ਬਰਕਤ ਦਿੰਦਾ ਹੈ ਕਿਉਂਕਿ ਲੋਕਾਂ ਦੇ ਵਿਸ਼ਵਾਸ ਕਰਕੇ। ਨੰਬਰ 4, ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਨਾਮ ਨੂੰ ਉੱਚਾ ਉਠਾਉਂਦੇ ਹਾਂ। ਸੋ ਮੈਨੂੰ ਹੁਣ ਜਲਦੀ ਕਰਨ ਦਿਓ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਸੱਚ ਤੋਂ ਵਾਂਝੋ ਰਹਿ ਜਾਵੋ। ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਵਾਅਦਿਆਂ ਨੂੰ ਪੂਰਾ ਕਰਦੇ ਹਾਂ। ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਵਿੱਚ ਲਾਭ ਪਾਉਂਦੇ ਹਾਂ। ਅਸੀਂ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰਦੇ ਹਾਂ। ਪਰ ਕੀ ਤੁਸੀਂ ਸੋਚਦੇ ਹੋ, ਉਸ ਸਮੇਂ ਮੈਂ ਗੰਭੀਰਤਾ ਨਾਲ ਸੈਨ ਡਿਏਗੋ ਆਉਣ ਬਾਰੇ ਸੋਚਿਆ ਅਤੇ ਡੋਨਾ ਨੇ ਵੀ ਇਹ ਸੋਚਿਆ। ਉਹ ਮੇਰੇ ਤੋਂ ਵੀ ਜਿਸ ਦਾ ਭਾਵੁਕ ਹੋ ਗਿਆ ਸੀ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਹਰ ਸਾਲ ਅਸੀਂ ਇੱਥੇ ਹੀ ਹਾਂ। ਸ਼ੁਰੂਆਤ ਦੇ ਔਖੇ ਸਾਲਾਂ ਤੋਂ ਸ਼ਾਮਲ ਕਰਦੇ ਹਾਂ। ਪਰਮੇਸ਼ਰ ਨੇ ਸਾਨੂੰ ਮਜ਼ਬੂਤ ਕੀਤਾ ਕਿ ਅਸੀਂ ਉੱਥੇ ਸੀ ਜਿੱਥੇ ਉਹ ਸਾਨੂੰ ਚਾਹੁੰਦਾ ਸੀ। ਅਤੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤੁਸੀਂ ਕੀ ਵਿਸ਼ਵਾਸ ਕਰਦੇ ਹੋ। ਜਦੋਂ ਤੁਸੀਂ ਉਹ ਕਰਦੇ ਹੋ ਜੋ ਤੁਹਾਨੂੰ ਪਰਮੇਸ਼ਰ ਕਰਨ ਲਈ ਕਹਿੰਦਾ ਹੈ ਤਾਂ ਭਾਵੇਂ ਕਿ ਜਦੋਂ ਇਹ ਔਖਾ ਹੋਵੇ ਤੁਸੀਂ ਵਿਸ਼ਵਾਸ ਦਾ ਕਦਮ ਚੁੱਕੋ। ਪਰਮੇਸ਼ਰ ਕਦੇ ਵੀ ਆਪਣੇ ਰਾਹਾਂ ਤੋਂ ਤੁਹਾਨੂੰ ਵਾਂਝਾ ਨਹੀਂ ਰੱਖੇਗਾ। ਜਿਹੜਾ ਤੁਹਾਨੂੰ ਦੱਸਣਗੇ ਕਿ ਤੁਸੀਂ ਪਰਮੇਸ਼ਰ ਦੇ ਨਾਲ ਚੱਲਦੇ ਹੋ। ਅਗਰ ਤੁਸੀਂ ਇਸ ਸਾਲ ਦਸ਼ਵਾਨ ਦੇਣਾ ਸ਼ੁਰੂ ਕਰਦੇ ਹੋ, ਸਾਲ ਖਤਮ ਹੋਣ ਤੋਂ ਪਹਿਲਾਂ ਹੀ ਤੁਸੀਂ ਪਿੱਛੇ ਮੁੜ ਕੇ ਵੇਖੋਗੇ ਅਤੇ ਹੈਰਾਨ ਹੋ ਜਾਵੋਗੇ ਕਿਉਂਕਿ ਅਸੀਂ ਇੰਨਾ ਲੰਬਾ ਇੰਤਜ਼ਾਰ ਕੀਤਾ। ਕਿੰਨਾ ਵਧੀਆ ਹੁੰਦਾ ਜੇਕਰ ਅਸੀਂ ਇਹ ਪਹਿਲਾਂ ਤੋਂ ਹੀ ਸ਼ੁਰੂ ਕੀਤਾ ਹੁੰਦਾ, ਕਿਉਂਕਿ ਪਰਮੇਸ਼ਰ ਸਾਨੂੰ ਸਾਡੀ ਆਗਿਆਕਾਰੀ ਦਾ ਇੰਤਜ਼ਾਰ ਕਰਦਾ ਹੈ ਸਾਨੂੰ ਬਰਕਤ ਦੇਣ ਲਈ। ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਕੰਮ ਵਿੱਚ ਭਾਗੀ ਹੁੰਦੇ ਹਾਂ। ਅੰਤ ਵਿੱਚ ਅੰਤਿਮ ਗੱਲ ਮੈਂ ਤੁਹਾਡੇ ਨਾਲ ਵੰਡਣ ਚਾਹੁੰਦਾ ਹਾਂ, ਇਹ ਹੈ ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਨੂੰ ਪਹਿਲ ਦਿੰਦੇ ਹਾਂ। 7ਵੀਂ ਗੱਲ, ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਨੂੰ ਦੇ ਵਾਅਦਿਆਂ ਨੂੰ ਪੂਰਾ ਕਰਦੇ ਹਾਂ। ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਵਿੱਚ ਲਾਭ ਉਠਾਉਂਦੇ ਹਾਂ। ਜਦੋਂ ਅਸੀਂ ਵਿਸ਼ਵਾਸ ਦਿੰਦੇ ਹਾਂ
ਅਸੀਂ ਪਰਮੇਸ਼ਰ ਦੀਆਂ ਬਰਕਤਾਂ ਵਿੱਚ ਲਾਭ ਉਠਾਉਂਦੇ ਹਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ, ਅਸੀਂ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ, ਅਸੀਂ ਪਰਮੇਸ਼ਰ ਦੇ ਬਚਨਾਂ ਦੇ ਸਰੂਪ ਵਿੱਚ ਬਦਲ ਜਾਂਦੇ ਹਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ, ਅਸੀਂ ਪਵਿੱਤਰਤਾਈ ਦਾ ਅਭਿਆਸ ਕਰਦੇ ਹਾਂ ਅਤੇ ਅੰਤ ਵਿੱਚ ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ, ਅਸੀਂ ਪਰਮੇਸ਼ਰ ਦੇ ਕੰਮ ਵਿੱਚ ਭਾਗੀ ਹੁੰਦੇ ਹਾਂ। ਹੁਣ ਬਾਈਬਲ ਦੱਸਦੀ ਹੈ ਕਿ ਆਪਣੇ ਪਰਮੇਸ਼ਰ ਦੇ ਮੋਦੀਖਾਨੇ ਵਿੱਚ ਲੈ ਕੇ ਆਓ। ਮੈਂ ਜਾਣਦਾ ਹਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਧਰਮ ਨਿਰਪੇਸ਼ਕ ਨਹੀਂ ਹਨ, ਪਰ ਕਈ ਸਾਲਾਂ ਤੋਂ ਇਸ ਗੱਲ ਉੱਪਰ ਬਾਤਚੀਤ ਹੋ ਰਹੀ ਹੈ, ਮੋਦੀਖਾਨੇ ਵਿੱਚ ਦਸ਼ਵਾਂਸ਼ ਅਤੇ ਕੀ ਉਸ ਦਾ ਅਭਿਆਸ ਕਰਨਾ ਚਾਹੀਦਾ ਹੈ। ਜੀ ਨਹੀਂ, ਅੱਜ ਕੱਲ੍ਹ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉੱਥੇ ਜਾਓ। ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ, ਤੁਹਾਡੇ ਵਿੱਚੋਂ ਕਿੰਨੇ ਲੋਕ ਇਹ ਕਹਿੰਦੇ ਹਨ ਕਿ ਜੋ ਕੁਝ ਅਸੀਂ ਪੂਰੇ ਸੰਸਾਰ ਵਿੱਚ ਸੇਵਾ ਲਈ ਕਰ ਰਹੇ ਹਾਂ, ਕਿ ਅਸੀਂ ਇੱਥੇ ਸੈਨ ਡਿਏਗੋ ਵਿੱਚ ਕਰ ਰਹੇ ਹਾਂ, ਕਿ ਅਸੀਂ ਟੀਵੀ ਉੱਪਰ ਕਰ ਰਹੇ ਹਾਂ ਅਤੇ ਰੇਡੀਓ, ਅਤੇ ਕਿਵੇਂ ਅਸੀਂ ਸੰਸਾਰ ਨੂੰ ਮਸੀਹ ਬਾਰੇ ਦੱਸ ਰਹੇ ਹਾਂ। ਜੋ ਇਸ ਸੰਸਾਰ ਵਿੱਚ ਹਨ, ਕਿਸੇ ਨੇ ਵੀ ਇਕੱਲੇ ਕੁਝ ਨਹੀਂ ਕੀਤਾ ਹੋਵੇਗਾ, ਇਹ ਅਸੰਭਵ ਹੈ। ਹੁਣ ਤੁਹਾਡੇ ਵਿੱਚੋਂ ਕਈ ਮੇਰੇ ਸੋਚਣ ਤੇ ਵੀ ਜ਼ਿਆਦਾ ਧਨੀ ਹੋਣਗੇ, ਜੋ ਹੋ ਸਕਦਾ ਹੈ ਕਿ ਤੁਸੀਂ ਉਸ ਕੰਮ ਨੂੰ ਕਰਨਾ ਪਸੰਦ ਕਰਦੇ ਹੋ, ਪਰ ਮੈਂ ਇਹ ਨਹੀਂ ਸੋਚਦਾ ਕਿ ਕੋਈ ਅਜਿਹਾ ਇੱਥੇ ਹੈ। ਪਰ ਤੁਸੀਂ ਇੱਥੇ ਕੀ ਹੁੰਦੇ ਹੋ? ਜਦੋਂ ਅਸੀਂ ਇਕੱਠੇ ਹੁੰਦੇ ਹਾਂ ਅਤੇ ਅਸੀਂ ਆਪਣੀ ਸੰਪਤੀ, ਮਾਲ ਧਨ ਨੂੰ ਪਰਮੇਸ਼ਰ ਦੇ ਰਾਜ ਲਈ ਇਸਤੇਮਾਲ ਕਰਦੇ ਹਾਂ, ਅਸੀਂ ਕੁਝ ਅਜਿਹੇ ਕੰਮ ਦੇ ਭਾਗੀ ਬਣ ਜਾਂਦੇ ਹਾਂ ਜੋ ਸਾਡੇ ਵਿੱਚ ਕਿਸੇ ਨੇ ਵੀ ਕਦੇ ਆਪਣੇ ਆਪ ਨਾ ਕੀਤਾ ਹੋਵੇ। ਮੈਂ ਚਰਚ ਆਉਂਦਾ ਹਾਂ ਅਤੇ ਕਈ ਵਾਰ ਕੋਲ ਨਿਰਾਸ਼ਾ ਦੇ ਪਲ ਹੁੰਦੇ ਹਨ, ਔਰ ਮੈਂ ਰੁਕਦਾ ਹਾਂ ਅਤੇ ਮੈਂ ਸੋਚਦਾ ਹਾਂ ਕਿ ਪਰਮੇਸ਼ਰ ਵਿੱਚ ਸੰਗਤ ਚਰਚ ਤੋਂ ਕੀ ਕਰਾ ਰਿਹਾ ਹੈ, ਕਿਵੇਂ ਪਰਮੇਸ਼ਰ ਇਸ ਸੰਸਾਰ ਨੂੰ ਸੇਵਕਾਈ ਦੇ ਦੁਆਰਾ ਛੂ ਰਿਹਾ ਹੈ, ਕਿਉਂਕਿ ਪਰਮੇਸ਼ਰ ਦੇ ਲੋਕ ਉਦਾਹਰਨ ਹਨ ਅਤੇ ਉਹ ਆਗਿਆਕਾਰੀ ਹਨ ਅਤੇ ਉਹ ਉਸ ਕੰਮ ਨੂੰ ਕਰ ਰਹੇ ਹਨ ਜਿਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਬੁਲਾਇਆ ਹੈ। ਜਦੋਂ ਇਹ ਸਭ ਇੱਕ ਸਾਥ ਇੱਕ ਪਹਾੜ ਦੀ ਪਰਛਾਈ ਦੀ ਤਰ੍ਹਾਂ ਚਰਚ ਦੀ ਸੇਵਕਾਈ ਵਿੱਚ ਆਉਂਦੇ ਹਨ, ਵੱਡੇ ਕੰਮ ਹੁੰਦੇ ਹਨ ਅਤੇ ਪਰਮੇਸ਼ਰ ਨੂੰ ਮਹਿਮਾ ਮਿਲਦੀ ਹੈ ਅਤੇ ਅਸੀਂ ਉਹ ਸ਼ਹਿਰ ਵਰਗੇ ਬਣ ਜਾਂਦੇ ਹਾਂ ਜੋ ਪਹਾੜ ਉੱਤੇ ਸਥਿਤ ਹੈ। ਇਸ ਲਈ ਸੰਸਾਰ ਜਾਣੂਗਾ ਕੁਝ ਹੋ ਰਿਹਾ ਹੈ। ਅਤੇ ਜਿਵੇਂ ਅਸੀਂ ਖਤਮ ਕਰਦੇ ਹਾਂ, ਮੈਨੂੰ ਦੱਸਣ ਦਿਓ 3 ਗੱਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਯਾਦ ਰੱਖੋ। ਜਦੋਂ ਅਸੀਂ ਦਾਨ ਦਿੰਦੇ ਹਾਂ ਤਾਂ ਸਾਨੂੰ 3 ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਸਾਨੂੰ ਪ੍ਰਤੀਸ਼ਤ ਦੇ ਰੂਪ ਵਿੱਚ ਦੇਣ ਦੀ ਜ਼ਰੂਰਤ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਦਸ਼ਵਾਂਸ਼ ਦੇਣ ਦੀ ਜ਼ਰੂਰਤ ਹੈ। ਅਗਰ ਤੁਸੀਂ ਕਹਿੰਦੇ ਹੋ 2% ਤੋਂ ਸ਼ੁਰੂ ਕਰਨਾ ਹੈ ਤਾਂ ਤੁਸੀਂ ਕਰੋ, ਠੀਕ ਹੈ। ਤੁਹਾਨੂੰ ਵਿਸ਼ਵਾਸ ਦਾ ਕਦਮ ਚੁੱਕਣਾ ਹੀ ਚਾਹੀਦਾ ਹੈ ਅਤੇ ਦਸ਼ਵਾਂਸ਼ ਦੇਣ ਵਾਲੋਂ ਬਣੋ ਅਤੇ ਪ੍ਰਤੀਸ਼ਤ ਨਾਲ ਸ਼ੁਰੂ ਕਰੋ। ਦੂਸਰਾ, ਸਾਨੂੰ ਦਾਨ ਦੇਣ ਵਿੱਚ ਪਹਿਲਾਂ ਸਭ ਤੋਂ ਉੱਤਮ ਦੇਣ ਵਾਲੇ ਬਣਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਸਾਨੂੰ ਪਹਿਲਾਂ ਪਰਮੇਸ਼ਰ ਨੂੰ ਦੇਣਾ ਹੈ। ਅਸੀਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲ ਬਣਾਈਏ। ਅਸੀਂ ਪਹਿਲਾ ਚੈੱਕ ਪਰਮੇਸ਼ਰ ਦੇ ਲਈ ਕੱਢੀਏ। ਸਾਡੀ ਚਰਚ ਵਿੱਚ ਬਹੁਤ ਇਕੱਠ ਹੈ, ਮੈਂ ਇਸ ਦਾ ਸਹੀ ਨਾਮ ਭੁੱਲ ਗਿਆ ਹਾਂ, ਪਰ ਇਹ ਇੱਕ ਆਪਣੇ ਆਪ ਵਿੱਚ ਪਰਿਵਰਤਨ ਦੀ ਤਰ੍ਹਾਂ ਹੀ ਹੈ। ਉਹ ਇੱਥੇ ਵੇਖ ਵੀ ਨਹੀਂ ਸਕਦੇ, ਇਹ ਸਿੱਧਾ ਉਹਨਾਂ ਦੇ ਖਾਤੇ ਵਿੱਚ, ਸਿੱਧਾ ਚਰਚ ਦੇ ਖਾਤੇ ਵਿੱਚ ਜਾਂਦੇ ਹਨ ਅਤੇ ਇਹ ਆਪਣੇ ਆਪ ਹੀ ਹੁੰਦਾ ਹੈ। ਮੈਨੂੰ ਪਤਾ ਨਹੀਂ ਇਹ ਸਹੀ ਹੈ ਜਾਂ ਨਹੀਂ, ਪਰ ਮੈਂ ਇਹ ਜਾਣਦਾ ਹਾਂ ਜਦੋਂ ਕਦੇ ਵੀ ਤੁਸੀਂ ਪਛਤਾਉਂਦੇ ਹੋ, ਇਹ ਤੁਹਾਡੀ ਸਹਾਇਤਾ ਕਰਦੀ ਹੈ ਕਿ ਇਹ ਨਹੀਂ ਕਰਦਾ ਹੈ। ਤੀਸਰਾ, ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਦਸ਼ਵਾਂਸ਼ ਦੇਣ ਵਾਲੇ ਬਣਨਾ ਹੈ। ਸਾਨੂੰ ਪ੍ਰਤੀਕਿਰਿਆ ਵਿੱਚ ਦੇਣ ਵਾਲੇ ਬਣਨਾ ਚਾਹੀਦਾ ਹੈ, ਨਾ ਕੇਵਲ ਪ੍ਰਤੀਸ਼ਤ ਵਿੱਚ। ਅਤੇ ਪਹਿਲਾ ਦੇਣ ਵਾਲੇ ਪਰ ਪ੍ਰਤੀਕਿਰਿਆ ਵਿੱਚ ਦੇਣ ਵਾਲੇ। ਇਹਦਾ ਮਤਲਬ ਕੀ ਹੈ? ਠੀਕ ਹੈ, ਤੁਹਾਡੇ ਵਿੱਚ ਕੁਝ ਕਹਿਣਗੇ, ਠੀਕ ਹੈ, ਮੈਂ ਆਪਣੀ ਪੂਰੀ ਜ਼ਿੰਦਗੀ ਤੋਂ ਦਸ਼ਵਾਂਸ਼ ਦੇ ਰਿਹਾ ਹਾਂ। ਕਿੰਨਾ ਪਹਿਲਾਂ ਤੁਸੀਂ ਦੇਣਾ ਸ਼ੁਰੂ ਕੀਤਾ ਹੈ? 40 ਸਾਲ। ਫਿਰ ਵੀ ਤੁਸੀਂ 10% ਦੇ ਰਹੇ ਹੋ ਕਿ ਅੱਜ ਤੁਸੀਂ ਕੁਝ ਹੋਰ ਕਰ ਰਹੇ ਹੋ? ਉਹੀ ਤੁਸੀਂ ਅੱਜ ਤੱਕ ਕਰਦੇ ਹੋ ਜਿਹੜਾ ਤੁਸੀਂ 40 ਸਾਲ ਪਹਿਲਾਂ ਕੀਤਾ ਸੀ। ਮੈਂ ਨਹੀਂ ਸੋਚਦਾ ਇਸ ਤਰ੍ਹਾਂ ਕਿਉਂ ਨਹੀਂ। ਤੁਸੀਂ ਵਿਸ਼ਵਾਸ ਦਾ ਕਦਮ ਚੁੱਕੋ। ਤੁਸੀਂ ਕਹੋ ਕਿੰਨਾ। ਇੱਕ ਵਿਅਕਤੀ ਮੇਰੇ ਕੋਲ ਆਇਆ ਅਤੇ ਕਹਿੰਦਾ, ਪਰਮੇਸ਼ਰ ਨੇ ਮੈਨੂੰ ਕਿਹਾ ਕਿ ਉਹ ਆਪਣੀ ਕਮਾਈ ਦਾ 20% ਪ੍ਰਭੂ ਨੂੰ ਦੇਵੇ। ਉਸ ਦੇ ਲਈ ਇਹ ਇੱਕ ਚੁਣੌਤੀ ਸੀ ਅਤੇ ਕੁਝ ਹੋਰ ਰੁਕਾਵਟਾਂ ਉਸ ਦੀ ਜ਼ਿੰਦਗੀ ਵਿੱਚ ਸਨ। ਉਸ ਨੇ ਕਿਹਾ, ਤੁਸੀਂ ਜਾਣਦੇ ਹੋ ਕੀ ਹੋ ਸਕਦਾ ਹੈ? ਹੁਣ ਤੁਹਾਡੇ ਲਈ ਇਹ ਕਰਨਾ ਸੰਭਵ ਹੈ, ਪਰ ਇਸ ਸਾਲ 3% ਅਤੇ ਇਸ ਤੋਂ ਬਾਅਦ ਆਪਣੇ ਦਸ਼ਵਾਂਸ਼ ਤੋਂ ਵਧਾਉਣਾ ਚਾਹੁੰਦਾ ਹਾਂ। ਕਿੰਨੀ ਹੀ ਮਹਾਨ ਗੱਲ ਹੋਵੇਗੀ ਅਗਰ ਪਰਮੇਸ਼ਰ ਦੇ ਸਾਰੇ ਲੋਕ ਇਹ ਕਹਿਣ, ਮੈਂ ਪਰਮੇਸ਼ਰ ਉੱਪਰ ਭਰੋਸਾ ਰੱਖਦਾ ਹਾਂ ਕਿ ਜਿਹੜਾ 1% 100 ਪਿਛਲੇ ਸਾਲ ਦਿੰਦਾ ਸਾਂ, ਉਸ ਤੋਂ ਵੱਧ ਕੇ ਇਸ ਸਾਲ ਦਵਾਂਗਾ। ਠੀਕ ਹੈ, ਤੁਸੀਂ ਕਹੋ ਅਗਰ ਤੁਸੀਂ 10 ਸਾਲ ਇਸੇ ਤਰ੍ਹਾਂ ਕਰਦੇ ਹੋ ਤਾਂ ਤੁਹਾਡਾ ਦਸ਼ਵਾਂਸ਼ ਦੁੱਗਣਾ ਹੋ ਜਾਵੇਗਾ। ਤੁਹਾਨੂੰ ਬਰਕਤ ਮਿਲੇਗੀ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਕੀ ਹੋਇਆ ਹੈ, ਕਿਉਂਕਿ ਅਸੀਂ ਇਸ ਰਾਹ ਤੇ ਰੁਕ ਜਾਂਦੇ ਹਾਂ। ਕਾਲਜ ਵਿੱਚ ਮੇਰੇ ਇੱਕ ਅਧਿਆਪਕ ਸੀ
ਜਿਸ ਦਾ ਨਾਮ ਚਾਰਲਸ ਗਏ ਸੀ। ਉਹ ਕਹਿੰਦਾ ਸੀ, ਸ਼੍ਰੀਮਾਨ ਜੀ, ਜੇ ਤੁਸੀਂ 9% ਦਿੰਦੇ ਹੋ ਅਤੇ ਤੁਸੀਂ ਕਦੇ ਵੀ 10% ਰਾਹ ਉੱਪਰ ਨਹੀਂ ਚੱਲਦੇ, ਮੈਂ ਇਹ ਨਹੀਂ ਸੋਚਦਾ ਕਿ ਉਹ ਇਸ ਜਗ੍ਹਾ ਤੇ ਨਹੀਂ ਸੀ, ਪਰ ਮੈਂ ਉਸ ਦੀ ਗੱਲ ਨੂੰ ਸਮਝ ਗਿਆ ਸੀ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਵਿਸ਼ਵਾਸ ਦਾ ਕਦਮ ਚੁੱਕੀਏ ਅਤੇ ਉਹ ਕਰੀਏ ਜਿਸ ਲਈ ਉਸ ਨੇ ਸਾਨੂੰ ਬੁਲਾਇਆ ਹੈ। ਤੁਸੀਂ ਕਹੋਗੇ, ਠੀਕ ਹੈ, ਤੁਸੀਂ ਕਿਵੇਂ ਸ਼ੁਰੂ ਕਰੋ? ਲੜਕੋ, ਕੋਈ ਵੀ ਰਾਹ ਨਹੀਂ ਹੈ ਕਰਨ ਤੋਂ ਬਿਨਾਂ। ਤੁਸੀਂ ਆਪਣੀ ਚੈੱਕ ਬੁੱਕ ਲਵੋ ਅਤੇ ਚੈੱਕ ਲਿਖੋ। ਤੁਸੀਂ ਇਸ ਨੂੰ ਕਰੋ ਅਤੇ ਤੁਸੀਂ ਇਸ ਨੂੰ ਵਿਸ਼ਵਾਸ ਨਾਲ ਕਰੋ। ਅੱਜ ਮੇਰੀ ਚੁਣੌਤੀ ਤੁਹਾਡੇ ਲਈ ਇਹ ਹੈ, ਅਗਰ ਤੁਸੀਂ ਵਿਸ਼ਵਾਸ ਨਹੀਂ ਦੇ ਰਹੇ ਸੀ ਤਾਂ ਦੇਣਾ ਸ਼ੁਰੂ ਕਰੋ। ਪਰਮੇਸ਼ਰ ਤੇ ਭਰੋਸਾ ਕਰੋ। ਯਾਦ ਰੱਖੋ, ਤੁਹਾਨੂੰ ਬਰਕਤ ਦੀ ਜ਼ਰੂਰਤ ਹੈ, ਤੁਹਾਨੂੰ ਮੌਕਿਆਂ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀ ਵਿੱਚ ਕੰਮ ਕਰੇ। ਮੈਂ ਆਸ ਕਰਦਾ ਹਾਂ ਅਗਰ ਤੁਸੀਂ ਇਹ ਕਰਦੇ ਹੋ ਤਾਂ ਤੁਸੀਂ ਮੇਰੇ ਕੋਲ ਵਾਪਸ ਆਓਗੇ ਅਤੇ ਕਹੋਗੇ, ਸਾਡੀਆਂ ਜ਼ਿੰਦਗੀਆਂ ਵਿੱਚ ਇੱਕ ਮਹਾਨ ਪਲ ਸੀ। ਮਸੀਹੀ ਸੰਗਤੀ ਦੇ ਬਾਰੇ ਬਾਈਬਲ ਕੀ ਆਖਦੀ ਹੈ? ਚਰਵਾਹੋ, ਆਪਣੇ ਨਾਮ ਯਾਦ ਰੱਖੋ। ਯਹੋਨਾ 10:3 ਚਰਵਾਹੇ ਆਪਣੀ ਆਵਾਜ਼ ਦੇ ਨਾਲ ਪਹਿਚਾਣੇ ਜਾਂਦੇ ਹਨ। ਯਹੋਨਾ 10:4 ਚਰਵਾਹੋ, ਆਪਣੇ ਮਹੱਤਵ ਨੂੰ ਇੱਕ ਵਿਅਕਤੀ ਤੌਰ ਤੇ ਸਮਝੋ। ਲੂਕਾ 15:4 ਚਰਵਾਹੋ, ਆਪਣੀ ਜ਼ਰੂਰਤ ਦੇ ਸਮੇਂ ਵਿੱਚ ਆਪਣੇ ਤੱਕ ਪਹੁੰਚ ਬਣਾਓ। ਜ਼ਬੂਰ 23:4 ਚਰਵਾਹੋ, ਆਪਣੇ ਪਰਮੇਸ਼ਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋ। ਜ਼ਬੂਰ 23:1 ਤੋਂ ਲੈ ਕੇ 3 ਤੱਕ। ਕੁਝ ਸਾਲ ਪਹਿਲਾਂ ਮੈਂ ਸੈਨ ਡਿਗੋ, ਕੈਲੀਫੋਰਨੀਆ ਗਿਆ। ਮੈਨੂੰ ਸ਼ੱਕ ਹੋਇਆ ਕਿ ਜਦ ਕੁਝ ਸਾਲ ਪਹਿਲਾਂ ਮੈਂ ਉੱਥੇ ਸੀ ਤਾਂ ਉਸ ਸਮੇਂ ਜਿਹਾ ਕਿਸੇ ਜਵਾਨ ਜੋਸ਼ੀਲੇ ਖਿਡਾਰੀ ਪਾਸਟਰ ਦਾ ਦੌਰ ਕਦੇ ਰਿਹਾ ਹੋਵੇਗਾ। ਇਹ ਉਹ ਦਿਨ ਸਨ ਜੇਕਰ ਤੁਸੀਂ ਜੋਸ਼ ਨਾਲ ਭਰੇ ਹੋਏ ਸੀ ਅਤੇ ਤੁਹਾਨੂੰ ਟਿਕਟ ਦੀ ਜ਼ਰੂਰਤ ਹੁੰਦੀ ਤਾਂ ਤੁਹਾਡੇ ਲਈ ਕੋਈ ਮਦਦ ਦੀ ਆਸ ਨਹੀਂ ਸੀ। ਸਭ ਟਿਕਟਾਂ ਵਿਕ ਚੁੱਕੀਆਂ ਸਨ। ਇਹ ਡੈਨ ਫੋਰਟਸ, ਕੈਲਨ ਵਿਨਸੋਲੋ, ਚਾਰਲੀ ਜੋਇਨਰ ਅਤੇ ਲਾਇਨਲ ਜੇਮਸ ਦੇ ਜੋਸ਼ ਵਾਲੇ ਦਿਨ ਸਨ ਅਤੇ ਉਹ ਲੋਕ ਜਿਨ੍ਹਾਂ ਕੋਲ ਟਿਕਟਾਂ ਤੇ ਹੁੰਦੀਆਂ ਸਨ, ਪਰ ਉਹਨਾਂ ਦਿਨਾਂ ਵਿੱਚ ਉਹ ਆਪਣੇ ਪਿਆਰੇ ਪਾਸਟਰਾਂ ਨਾਲ ਇਹਨਾਂ ਨੂੰ ਸਾਂਝੀਆਂ ਨਹੀਂ ਸੀ ਕਰਦੇ ਸਨ। ਅਤੇ ਬੇਸ਼ੱਕ ਥੋੜੀ ਦੇਰ ਬਾਅਦ ਸੈਨ ਡਿਗੋ ਪੈਟਰਸਨ ਵਿਸ਼ਵ ਸੰਲੇਖ ਵਿੱਚ ਪਹੁੰਚ ਗਏ। ਮੈਂ ਉਹਨਾਂ ਦਿਨਾਂ ਨੂੰ ਖਾਸ ਕਰਕੇ ਯਾਦ ਕਰਦਾ ਹਾਂ। ਇਹ ਗੂੰਜ ਵਾਲਾ ਸ਼ਹਿਰ ਸੀ। ਮੈਂ ਯਾਦ ਕਰਦਾ ਹਾਂ ਕਿ ਉਹਨਾਂ ਦਿਨਾਂ ਵਿੱਚ ਖੇਡਾਂ ਵਿੱਚ ਜਾਣਾ ਵਿਸ਼ਵ ਸ਼੍ਰੰਖਲਾ ਵਿੱਚ ਖੇਡਣਾ ਸੀ। ਮੈਂ ਸਟੀਵ ਗਰਾਵੇ ਦੇ ਘਰੇਲੂ ਦੌੜ ਯਾਦ ਕਰਦਾ ਹਾਂ। ਇਹ ਪੈਟਰਸਨ ਸੰਸਥਾ ਦੇ ਇਤਿਹਾਸ ਦੀ ਸਭ ਤੋਂ ਮਹਾਨ ਅਤੇ ਘਰੇਲੂ ਦੌੜ ਸੀ। ਤੁਸੀਂ ਜਾਣਦੇ ਹੋ ਕਿ ਵੱਡੀ ਭੀੜ ਵਿੱਚ ਹੋਣਾ ਕਿੰਨਾ ਉਤੇਜਨਕ ਅਤੇ ਵਧਾ ਦੇਣ ਵਾਲਾ ਹੁੰਦਾ ਹੈ। 60,000 ਲੋਕ, ਜੈਕ ਮਰਫੀ ਕੁਆਲਕੋਮ ਸਟੇਡੀਅਮ ਹਰੇਕ ਸੀਟ ਨਾਲ ਭਰ ਗਿਆ ਸੀ। ਮੈਂ ਇੱਕ ਵਾਰ ਵੀ ਯਾਦ ਨਹੀਂ ਸੀ ਕਰ ਸਕਦਾ ਕਿ ਉਹ ਲੋਕਮ ਸਟੇਡੀਅਮ ਵਿੱਚ ਦੇਖਣਾ ਤੇ ਕਹਿਣਾ ਕਿ ਮੈਂ ਇੱਥੇ ਇਕੱਲਾ ਮਹਿਸੂਸ ਕਰਦਾ ਹਾਂ, ਜਾਂ ਫਿਰ ਆਪਣੇ ਮਨ ਵਿੱਚ ਗਿਣਤੀ ਕਰਨਾ ਅਤੇ ਕਹਿਣਾ ਕਿ ਜ਼ਰਮੀਆਂ, ਇਸ 60,000 ਦੀ ਭੀੜ ਵਿੱਚੋਂ ਤੂੰ ਕਿਸੇ ਨੂੰ ਵੀ ਜਾਣਦਾ ਹੈ। ਮੈਂ ਆਪਣੇ ਆਪ ਨੂੰ ਇਸ ਘਟਨਾ ਦਾ ਹਿੱਸਾ ਮਹਿਸੂਸ ਕੀਤਾ। ਇਹ ਜਸ਼ਨ ਬੜਾ ਹੀ ਵਧੀਆ ਸੀ ਕਿ ਤੁਸੀਂ ਲੋਕਾਂ ਦੇ ਹੱਥ ਹਿਲਾਉਣ ਨੂੰ ਯਾਦ ਕਰਦੇ ਹੋ ਅਤੇ ਜਦੋਂ ਕੋਈ ਵਧੀਆ ਪ੍ਰਦਰਸ਼ਨ ਕਰਦਾ ਹੈ ਤੇ ਤੁਸੀਂ ਖੜੇ ਹੋ ਕੇ ਤਾਲੀਆਂ ਵਜਾਉਂਦੇ ਜਾਂ ਫਿਰ ਇੱਕ ਦੂਜੇ ਨੂੰ ਗਲੇ ਲਗਾਉਂਦੇ, ਉਹਨਾਂ ਨੂੰ ਵੀ ਜਿਨ੍ਹਾਂ ਨੂੰ ਤੁਸੀਂ ਪਹਿਲੇ ਕਦੇ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਸੀ। ਇਹ ਥੋੜਾ ਡਰਾਉਣਾ ਵੀ ਸੀ। ਮੈਂ ਕੀ ਯਾਦ ਕਰਦਾ ਹਾਂ, ਕਿਉਂਕਿ ਉਹ ਭਟਕਾਣਾ ਸੀ। ਹਾਲੇ ਕਿ ਮੈਂ ਉਹਨਾਂ ਹਜ਼ਾਰਾਂ ਦੀ ਭੀੜ ਵਿੱਚ ਇੱਕ ਸੀ, ਮੈਂ ਇਕੱਲਾ ਅਤੇ ਅਲੱਗ ਮਹਿਸੂਸ ਨਹੀਂ ਕੀਤਾ ਅਤੇ ਮੈਂ ਇਸ ਉੱਪਰ ਕਾਫੀ ਸਮੇਂ ਚਿੰਤਨ ਵੀ ਕੀਤਾ। ਆਖਰ ਵਿੱਚ ਮੈਂ ਇਸ ਦਾ ਪਤਾ ਲਗਾਇਆ। ਅੱਜ ਮੈਂ ਇਹ ਸਭ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਮੇਰੀ ਖੋਜ ਦੀ ਅੰਤ ਵਾਲੀ ਖਬਰ ਹੈ। ਇਹ ਬਹੁਤ ਹੀ ਗਹਿਰੀ ਹੈ। ਇਹ ਇਸ ਦਾ ਭੇਦ ਹੈ ਜਿਸ ਦਾ ਨਾਮ ਛੋਟੀਆਂ ਜਸ਼ਨ ਪਾਰਟੀਆਂ। ਜਦੋਂ ਮੈਂ ਸਟੇਡੀਅਮ ਵਿੱਚ ਵੱਡਾ ਜਸ਼ਨ ਮਨਾਇਆ ਜਾ ਰਿਹਾ ਸੀ, ਜਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਾਰਕਿੰਗ ਵਾਲੀ ਥਾਂ ਤੇ ਲੋਕ ਇਕੱਠੇ ਹੋਏ। ਕੋਈ ਵੀ ਜੈਕ ਮਰਫੀ ਸਟੇਡੀਅਮ ਵਿੱਚ ਇਹ ਮਹਿਸੂਸ ਕਰਦੇ ਹੋਏ ਨਹੀਂ ਗਿਆ ਸੀ ਕਿ ਮੈਂ ਤਾਂ ਇਕੱਲਾ ਹਾਂ। ਮੈਂ ਕਿਸੇ ਨੂੰ ਵੀ ਇੱਥੇ ਨਹੀਂ ਜਾਣਦਾ, ਕਿਉਂਕਿ ਉਹ ਆਪਣੇ ਮਿੱਤਰਾਂ, ਪਰਿਵਾਰ ਵਾਲਿਆਂ ਅਤੇ ਪਿਆਰਿਆਂ ਨਾਲ ਉਹ ਜਸ਼ਨ ਵਿੱਚ ਆਏ ਸਨ। ਇਹ ਛੋਟੇ ਜਸ਼ਨ ਦਾ ਭੇਦ ਭਰੇ ਹਨ। ਮੈਂ ਉੱਥੇ ਜ਼ਿਆਦਾ ਸਮੇਂ ਨਹੀਂ ਸੀ ਇਕੱਲਾ ਮਹਿਸੂਸ ਨਾ ਕੀਤਾ। ਜਿਵੇਂ ਹੀ ਮੈਂ ਪਾਰਕਿੰਗ ਵਾਲੀ ਥਾਂ ਤੇ ਖੇਡਾਂ ਦੇ ਮੈਦਾਨ ਵੱਲ ਜਾਣ ਲੱਗਾ ਤੇ ਮੈਂ ਦੇਖਿਆ ਕਿ ਲੋਕ ਇਕੱਠੇ ਹੋ ਕੇ ਆਨੰਦ ਮਨਾ ਰਹੇ ਸਨ। ਮੈਂ ਸਮਝ ਗਿਆ ਕਿ ਅਸਲ ਵਿੱਚ ਇਹ ਲੋਕ ਵੇਖਣ ਦੀ ਬਜਾਏ ਇਹ ਛੋਟੇ ਜਸ਼ਨ ਮਨਾਉਣ ਆਏ ਸਨ ਅਤੇ ਖੇਡਣ ਵੇਖਣ ਨਹੀਂ ਆਏ ਹਨ। ਕੀ ਤੁਸੀਂ ਜਾਣਦੇ ਹੋ ਇਸ ਬਾਰੇ? ਉਹ ਸਾਰੀਆਂ ਖੇਡਾਂ ਦੇ ਦੌਰਾਨ ਇੱਥੇ ਇਹ ਛੋਟੇ ਜਸ਼ਨ ਹੀ ਮਨਾਉਂਦੇ ਰਹੇ। ਜਦੋਂ ਵਾਪਸ ਜਾਣ ਲੱਗੇ ਤਾਂ ਮੈਂ ਵੇਖਿਆ ਕਿ ਉਹ ਸਾਰੇ ਅਜੇ ਵੀ ਉਸੇ ਜਗ੍ਹਾ ਤੇ ਹੀ ਇਕੱਠੇ ਸਨ ਜਿੱਥੇ ਮੈਂ ਉਹਨਾਂ ਨੂੰ ਜਾਂਦੇ ਸਮੇਂ ਖਲੋਤੇ ਇਕੱਠੇ ਵੇਖਿਆ ਸੀ। ਫੁੱਟਬਾਲ ਦਾ ਮੈਚ ਚੱਲ ਰਿਹਾ ਸੀ। ਲੋਕ ਹੱਸ ਰਹੇ ਸਨ ਅਤੇ ਆਨੰਦ ਮਨਾ ਰਹੇ ਸਨ,
ਪਰ ਇੱਧਰ ਤਾਂ ਕੁਝ ਹੋਰ ਹੀ ਖੁਸ਼ਬੂਆਂ ਆ ਰਹੀਆਂ ਸੀ। ਭੈਣੋ ਅਤੇ ਭਰਾਵੋ, ਉਸ ਜਸ਼ਨ ਵਿੱਚ ਪਾਰਕਿੰਗ ਵਾਲੀ ਥਾਂ ਉੱਪਰ ਉਤੇਜਨਾ ਦੇ ਕਾਰਨ ਨੂੰ ਆਪਣੀ ਕਿਤਾਬਾਂ ਵਿੱਚ ਨਿਸ਼ਾਨ ਲਗਾ ਕੇ ਰੱਖੋ। ਲੋਕ ਆਪਣੇ ਸਗੇ ਸੰਬੰਧੀਆਂ ਨਾਲ ਉੱਥੇ ਇਕੱਠੇ ਹੋਏ ਅਤੇ ਮੈਨੂੰ ਇਹ ਗੱਲ ਧਿਆਨ ਨਾਲ ਕਹਿਣੀ ਪਵੇਗੀ ਅਤੇ ਮੈਂ ਇਮਾਨਦਾਰੀ ਨਾਲ ਤੁਹਾਨੂੰ ਦੱਸਦਾ ਹਾਂ ਕਿ ਉਸ ਜਸ਼ਨ ਵਿੱਚ ਕੋਈ ਵੀ ਆਪਣੇ ਆਪ ਨਹੀਂ ਸੀ ਆਇਆ। ਮੈਨੂੰ ਪੱਕਾ ਯਕੀਨ ਹੈ ਕਿ ਲੋਕਾਂ ਨੇ ਉੱਥੇ ਆਪਣੇ ਜੀਵਨ ਸਾਥੀਆਂ ਨੂੰ ਗਵਾ ਲਿਆ ਹੋਵੇਗਾ ਅਤੇ ਕਿਸੇ ਨੇ ਵੀ ਇਹ ਪ੍ਰਗਟ ਨਹੀਂ ਹੋਣ ਦਿੱਤਾ ਕਿ ਉਹਨਾਂ ਦੇ ਨਾਲ ਕੌਣ ਜਸ਼ਨ ਵਿੱਚ ਭਾਗ ਲੈਣ ਜਾਵੇਗਾ। ਉਹ ਤਾਂ ਬਸ ਆ ਗਏ। ਪਰ ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਉਹ ਸਾਰੇ ਲੋਕ 2-2, 3-3 ਅਤੇ 5-5 ਕਰਕੇ ਆਏ ਸਨ। ਮੇਰੇ ਕੋਲ ਉੱਥੇ ਜਾਣ ਲਈ ਮੌਸਮੀ ਟਿਕਟਾਂ ਸਨ, ਪਰ 10 ਸਾਲਾਂ ਵਿੱਚ 3 ਵਾਰੀ ਹੀ ਉਹਨਾਂ ਖੇਡਾਂ ਵਿੱਚ ਗਿਆ, ਕਿਉਂਕਿ ਜਦੋਂ ਉਹ ਖੇਡ ਰਹੇ ਹੁੰਦੇ ਸੀ ਤਾਂ ਮੈਂ ਆਪਣੇ ਕੰਮ ਉੱਤੇ ਸੀ। ਪਰ ਮੈਂ ਉੱਥੇ ਜ਼ਿਆਦਾ ਸਮੇਂ ਨਹੀਂ ਰਿਹਾ। ਮੇਰੇ ਦੋਸਤੋ ਖੁਸ਼ ਹਨ ਅਤੇ ਉਹਨਾਂ ਕਿਹਾ, ਅਸੀਂ ਤਾਂ ਸੋਚਿਆ ਸੀ ਕਿ ਤੁਸੀਂ ਕੋਈ ਭੂਤ ਪ੍ਰੇਤ ਹੋ, ਤੁਹਾਡੇ ਕੋਲ ਟਿਕਟਾਂ ਸਨ ਪਰ ਤੁਸੀਂ ਕਦੇ ਇੱਥੇ ਆਏ ਨਹੀਂ ਅਤੇ ਹਮੇਸ਼ਾ ਆਪਣੀਆਂ ਟਿਕਟਾਂ ਕਿਸੇ ਦੂਜੇ ਨੂੰ ਦੇ ਦਿੰਦੇ ਸਨ। ਉਹ ਸਾਰੇ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਇੱਕ ਦੂਜੇ ਨਾਲ ਹੱਥ ਮਿਲਾਉਂਦੇ, ਗਲੇ ਲਗਾਉਂਦੇ ਅਤੇ ਦੂਜੇ ਦੇ ਹਾਲ ਬਾਰੇ ਪੁੱਛਦੇ। ਅਤੇ ਮੈਨੂੰ ਪਤਾ ਹੈ ਕਿ ਇਸ ਵਿੱਚ ਕੁਝ ਖਾਸ ਹੈ ਜੋ ਕਿ ਅਸੀਂ ਇੱਥੇ ਸਿੱਖਦੇ ਹਾਂ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਧੰਨਵਾਦ। ਦਸਵੰਧ ਕਲੀਸਿਆ ਨੂੰ ਨਹੀਂ ਦਿੱਤਾ ਜਾਂਦਾ, ਪਰ ਇਹ ਤਾਂ ਪਰਮੇਸ਼ਰ ਨੂੰ ਦਿੱਤਾ ਜਾਂਦਾ ਹੈ। ਲੇਵੀ ਦੀ ਪੁਸਤਕ ਦੇ ਵਿੱਚ ਬਾਈਬਲ ਕਹਿੰਦੀ ਹੈ ਕਿ ਧਰਤੀ ਦਾ ਸਾਰਾ ਦਸਵੰਧ, ਭਾਵੇਂ ਉਹ ਧਰਤੀ ਦੇ ਬੀਜ ਦਾ ਹੋਵੇ, ਭਾਵੇਂ ਉਹ ਬਿਰਛਾਂ ਦੇ ਫਲ ਦਾ ਹੋਵੇ, ਸਭ ਕੁਝ ਪਰਮੇਸ਼ਰ ਦਾ ਹੀ ਹੈ। ਇਸ ਲਈ ਇਹ ਯਹੋਵਾ ਦੇ ਅੱਗੇ ਪਵਿੱਤਰ ਹੋਵੇਗਾ। ਦੋਸਤੋ, ਤੁਹਾਡਾ ਦਸਵੰਧ ਪਵਿੱਤਰ ਹੈ। ਪੁਰਾਣੇ ਨੇਮ ਦੇ ਵਿੱਚ ਲੋਕ ਆਪਣੇ ਇੱਜੜਾਂ ਦਾ ਅਤੇ ਆਪਣੀ ਖੇਤੀਬਾੜੀ ਦਾ ਅਤੇ ਆਪਣੀ ਕਮਾਈ ਦਾ 10ਵਾਂ ਹਿੱਸਾ ਪਰਮੇਸ਼ਰ ਨੂੰ ਚੜਾਉਂਦੇ ਸੀ। ਅਸੀਂ ਆਪਣੇ ਅਧਿਐਨ ਦੇ ਵਿੱਚ ਸਿੱਖਿਆ ਕਿ ਜਦੋਂ ਅਸੀਂ ਆਪਣੇ ਦਸਵੰਧ ਪਰਮੇਸ਼ਰ ਨੂੰ ਦਿੰਦੇ ਹਾਂ ਤਾਂ ਅਸੀਂ ਉਹਨੂੰ ਪਹਿਲ ਦਿੰਦੇ ਹਾਂ। ਦੋਸਤੋ, ਪਰਮੇਸ਼ਰ ਰਾਜਾ ਹੈ। ਸਾਨੂੰ ਉਹਦੇ ਕੋਲ ਬਚਿਆ ਖੁਚਿਆ ਨਹੀਂ, ਸਗੋਂ ਪਹਿਲਾ ਫਲ ਲੈ ਕੇ ਆਉਣਾ ਚਾਹੀਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਪਰਮੇਸ਼ਰ ਸਵਰਗ ਦੇ ਝਰੋਖੇ ਸਾਡੇ ਲਈ ਖੋਲ ਦਿੰਦਾ ਹੈ ਅਤੇ ਸਾਨੂੰ ਕਿਸੇ ਵੀ ਭਲੀ ਵਸਤੂ ਦੀ ਕਦੇ ਵੀ ਘਾਟ ਨਹੀਂ ਹੋਣ ਦਿੰਦਾ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਦਸਵੰਧ ਦੇ ਬਾਰੇ ਸਾਡੀ ਅੱਜ ਦੀ ਸਿੱਖਿਆ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋਵੇਗੀ। ਯਾਦ ਰੱਖੋ, ਪਰਮੇਸ਼ਰ ਖੁਸ਼ੀ ਦੇ ਨਾਲ ਦੇਣ ਵਾਲੇ ਤੋਂ ਪਸੰਦ ਹੁੰਦਾ ਹੈ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਸੱਚੇ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਅੱਜ ਦੇ ਵਚਨ ਦੇ ਲਈ। ਪਿਤਾ ਪਰਮੇਸ਼ਰ ਦਸਵੰਧ ਦੇ ਬਾਰੇ ਸਿਖਾਉਣ ਲਈ, ਇਹ ਸਿਖਾਉਣ ਲਈ ਕਿ ਪਿਤਾ ਪਰਮੇਸ਼ਰ ਜਿੰਨੀ ਵੀ ਤੁਸੀਂ ਸਾਨੂੰ ਬਰਕਤਾਂ ਦਿੱਤੀਆਂ, ਜਦ ਅਸੀਂ ਉਸ ਦਾ 10ਵਾਂ ਹਿੱਸਾ ਤੁਹਾਨੂੰ ਵਾਪਸ ਕਰਦੇ ਹਾਂ ਪ੍ਰਭੂ, ਤੁਹਾਡੇ ਭਵਨ 'ਚ ਲੈ ਕੇ ਆਉਂਦੇ ਆ ਪਿਤਾ, ਤਾਂ ਤੁਸੀਂ ਇਸ ਤੋਂ ਖੁਸ਼ ਹੁੰਦੇ ਹੋ ਪ੍ਰਭੂ। ਤੁਸੀਂ ਸਾਡੇ ਅੰਨ ਜਲ 'ਤੇ ਆਸ਼ੀਸ਼ ਦਿੰਦੇ ਹੋ, ਸਾਡੇ ਬਿਜ਼ਨਸ 'ਤੇ, ਸਾਡੇ ਕੰਮਕਾਜ 'ਤੇ, ਸਾਡੀ ਨੌਕਰੀਆਂ 'ਤੇ, ਸਾਡੇ ਹਰ ਇੱਕ ਕੰਮ ਦੇ ਉੱਤੇ, ਸਾਡੇ ਪਰਿਵਾਰ ਦੇ ਉੱਤੇ ਆਸ਼ੀਸ਼ ਦਿੰਦੇ ਹੋ ਪਿਤਾ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਚੰਗੇ ਵਚਨ ਵਾਸਤੇ। ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ, ਇਹ ਵਚਨ ਅਸੀਂ ਪ੍ਰਭੂ ਜ਼ਿੰਮੇਵਾਰੀ ਨਾਲ ਨਿਭਾਈਏ, ਦਸਵੰਧ ਦੀ ਸਿੱਖਿਆ ਨੂੰ ਗਹਿਰਾਈ ਨਾਲ ਸਮਝੀਏ ਔਰ ਇਹਨੂੰ ਆਪਣੇ ਜ਼ਿੰਦਗੀਆਂ ਵਿੱਚ ਲਾਗੂ ਕਰ ਸਕੀਏ। ਸਾਡੇ ਸਾਰੇ ਦਰਸ਼ਕਾਂ ਨੂੰ ਪਿਤਾ ਪਰਮੇਸ਼ਰ, ਜਿੰਨੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ, ਉਹਨਾਂ ਸਾਰਿਆਂ ਨੂੰ ਵੱਡੀ ਆਸ਼ੀਸ਼ ਦਿਓ। ਖਾਸ ਤੌਰ 'ਤੇ ਪਿਤਾ ਪਰਮੇਸ਼ਵਰ, ਦਸਵੰਧ ਦੀ ਆਸ਼ੀਸ਼ ਦਿਓ। ਸਾਡੀ ਇਸ ਪ੍ਰਾਰਥਨਾ ਨੂੰ ਸੁਣ ਲਓ, ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।